ਗੱਲ ਕਰਦੇ ਆ ਮੋਗਾ ਵਾਲੇ ਸਰਪੰਚ ਦੇ ਕਤਲ ਦੀ। ਤੁਸੀਂ ਸਾਰੀਆਂ ਤਸਵੀਰਾਂ ਦੇਖੀਆਂ ਹੋਣਗੀਆਂ। ਕਤਲ ਹੋਇਆ, ਰੁਪਿੰਦਰ ਦੀ ਵੀਡੀਓ ਸਾਹਮਣੇ ਆਈ ਰੋਂਦੀ। ਉਸ ਤੋਂ ਬਾਅਦ ਬੱਬਲੂ ਬਰਾੜ ਦਾ ਫਰਾਰ ਹੋ ਜਾਣਾ ਔਰ ਉਸ ਤੋਂ ਬਾਅਦ ਐਮਐਲਏ ਦੀ ਸ਼ਮੂਲੀਅਤ ਕਿ ਐਮਐਲਏ ਨੇ ਮਰਵਾਇਆ, ਰੁਪਿੰਦਰ ਕੌਰ ਕਹਿੰਦੀ ਸੀਗੀ। ਪਰ ਹੁਣ ਇੱਕ ਵੱਡਾ ਅਪਡੇਟ ਦੇਣ ਜਾ ਰਿਹਾ ਤੁਹਾਨੂੰ ਕਿ ਆਖਰ ਰੁਪਿੰਦਰ ਜਿਹੜੀ ਹੈਗੀ ਆ ਉਹ ਅੰਡਰਗਰਾਉਂਡ ਹੋਈ ਪਈ ਹੈ ਔਰ ਬੱਬਲੂ ਬਰਾੜ ਨੂੰ ਲੈ ਕੇ ਵੀ ਹੁਣ ਜਲਦ ਹੀ ਵੱਡਾ ਅਪਡੇਟ ਆ ਸਕਦਾ ਹੈ, ਕਿਉਂਕਿ ਸਾਡੇ ਸੋਰਸਿਸ ਇਹ ਦੱਸ ਰਹੇ ਨੇ ਕਿ ਜਿਹੜੀ ਗੱਡੀ ਦੇ ਵਿੱਚ ਲੋਕੀ ਆਏ ਸੀਗੇ ਜਿਨ੍ਹਾਂ ਨੇ ਵੀ ਸਰਪੰਚ ਨੂੰ ਮਾਰਿਆ। ਹਾਲਾਂਕਿ ਇੱਕ ਸੀਸੀਟੀਵੀ ਦੇ ਵਿੱਚ ਕਈ ਲੋਕੀ ਕਹਿ ਰਹੇ ਕਿ ਬੱਬਲੂ ਬਰਾੜ ਦੀ ਤਸਵੀਰ ਦਿਖੀ, ਪਰ ਉਹ ਤਸਵੀਰਾਂ ਇੰਨੀ ਕਲੀਅਰ ਨਹੀਂ ਹੈਗੀਆਂ। ਪਰ ਉਹ ਕਿਹਾ ਜਾ ਰਿਹਾ ਕਿ ਬੱਬਲੂ ਬਰਾੜ ਹੁਣ ਜਲਦੀ ਸਰੈਂਡਰ ਕਰ ਸਕਦਾ ਤੇ ਨਾਲ ਰੁਪਿੰਦਰ ਨੂੰ ਲੈ ਕੇ ਵੀ ਹੁਣ ਵੱਡੀ ਅਪਡੇਟ ਹੈ ਕਿ ਰੁਪਿੰਦਰ ਦੇ ਉੱਤੇ ਵੀ ਵੱਡੀ ਕਾਰਵਾਈ ਜਲਦ ਹੀ ਹੋ ਸਕਦੀ ਹੈ। ਪੁਲਿਸ ਪੁੱਛਗਿੱਛ ਕਰ ਸਕਦੀ ਹੈ ਔਰ ਪੁੱਛਗਿੱਛ ਦੇ ਵਿੱਚ ਕਾਫੀਆਂ ਗੱਲਾਂ ਜਿਹੜੀਆਂ ਨੇ ਇਸ ਕੇਸ ਦੇ ਰਿਲੇਟਡ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ। ਸਾਡੇ ਨਾਲ ਐਡਵੋਕੇਟ ਨੇ ਮਿਸ਼ੂ ਸ਼ਰਮਾ ਔਰ ਸਮਾਜ ਸੇਵੀ ਵੀ ਨੇ, ਗੱਲਬਾਤ ਕਰ ਲੈਂਦੇ ਹਾਂ। ਮੈਮ, ਸਭ ਤੋਂ ਪਹਿਲਾਂ ਕੇਸ ਦੇਖ ਲਿਆ, ਹਾਲਾਂਕਿ ਹਜੇ ਤੱਕ ਦੀ ਅਪਡੇਟ ਮੈਂ ਕਹਿੰਦਾ ਕਿ ਬੱਬਲੂ ਬਰਾੜ ਫਰਾਰ ਹੈ ਔਰ ਰੁਪਿੰਦਰ ਕੌਰ ਅੰਡਰਗਰਾਉਂਡ ਹੈ। ਹੁਣ ਅੱਗੇ ਇਸ ਕੇਸ ਦੇ ਵਿੱਚ ਕੀ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ? ਸਰ ਹਲੇ ਦੇਖੋ ਇਹ ਮੈਟਰ ਜਿਹੜਾ ਹੈਗਾ ਬਹੁਤ ਕਹਿੰਦੇ ਆ ਹਾਈਲਾਈਟ ਹੋ ਚੁੱਕਿਆ ਹੈ, ਨੋ ਡਾਊਟ ਹਰ ਚੈਨਲ ਤੇ ਆ ਰਿਹਾ ਹੈਗਾ। ਸੋ ਦ ਥਿੰਗ ਇਜ਼ ਕਿ ਸ਼ਾਇਦ ਜੋ ਅਗਰ ਐਜ਼ ਅ ਲਾਇਰ ਅਗਰ ਜਿੱਦਾਂ ਅਸੀਂ ਵਕੀਲ ਹੈਗੇ ਸੀ ਇਹ ਵੀ ਸੋਚ ਸਕਦੇ ਹੈ ਕਿ ਪੁਲਿਸ ਵੀ ਕਿਤੇ ਨਾ ਕਿਤੇ ਸੋਚ ਸਕਦੀ ਹੈ ਕਿ ਸਰਪੰਚ ਦੀ ਕਿਤੇ ਹੋਰ ਵੀ ਦੁਸ਼ਮਣੀ ਹੋਵੇ ਜਿਸ ਦੇ ਕਰਕੇ ਇਹ ਚੀਜ਼ਾਂ ਹੋ ਰਹੀਆਂ, ਠੀਕ ਹੈ ਨਾ। ਜੋ ਉਹਦਾ ਕਿਸੇ ਨੇ ਹੋਰ ਨੇ ਫਾਇਦਾ ਚੱਕ ਲਿਆ ਹੈਗਾ ਉਸ ਦੇ ਕਤਲ ਦਾ। ਤੇ ਦੇਖੋ ਰੁਪਿੰਦਰ ਕੌਰ ਦਾ ਜੋ ਜੜ ਹੈ ਉਹ ਰੁਪਿੰਦਰ ਕੌਰ ਹੈ, ਨੋ ਡਾਊਟ, ਠੀਕ ਹੈ। ਰੁਪਿੰਦਰ ਕੌਰ ਦੀ ਵਜ੍ਹਾ ਨਾਲ ਇਹੋ ਜਿਹੀ ਜਨਾਨੀਆਂ ਦੀ ਵਜ੍ਹਾ ਨਾਲ ਇੱਕ ਘਰ ਨਹੀਂ ਕਿੰਨੇ ਘਰ ਤਬਾਹ ਹੋ ਗਏ। ਦੇਖੋ ਉਹਦਾ ਦੁੱਖ ਹੁੰਦਾ ਸਰਪੰਚ ਲਈ ਕਿ ਦੇਖੋ ਇੱਕ ਮਾਂ ਨੇ ਆਪਣਾ ਪੁੱਤ ਖੋਇਆ ਹੋਏਗਾ, ਬਟ ਸਰਪੰਚ ਨੂੰ ਵੀ ਤਾਂ ਸੋਚਣਾ ਚਾਹੀਦਾ ਸੀ ਉਹ ਕਿਸ ਔਰਤ ਨੂੰ ਆਪਣੇ ਘਰ ਲੈ ਕੇ ਆ ਰਿਹਾ। ਤੂੰ ਸਰਪੰਚ ਹੈ, ਠੀਕ ਹੈ ਨਾ, ਤੂੰ ਪਿੰਡ ਦਾ ਹੈੱਡ ਹੈ ਤੋ ਔਰ ਤੁਸੀਂ ਇਹੋ ਜਿਹੇ ਸਰਪੰਚ ਨੂੰ ਮਤਲਬ ਇਹ ਗੱਲ ਸੁਣੀ ਸੀਗੀ ਕਿ ਧੀਆਂ ਸਭ ਦੀ ਸਾਂਝੀਆਂ ਹੁੰਦੀਆਂ, ਪਰ ਜਨਾਨੀਆਂ ਕਦੋਂ ਸਾਂਝੀਆਂ ਹੋਣ ਲੱਗ ਪਈ ਕਿ ਤੁਸੀਂ ਆਪਣੇ ਘਰ ਲੈ ਆਏ। ਕਿਉਂਕਿ ਉਹਨਾਂ ਦੀ ਵਾਈਫ ਵੀ ਸੀਗੀ, ਬੱਚੇ ਵੀ ਦੋ ਕਹਿ ਰਹੇ ਕਿ ਉਹਨਾਂ ਦੇ ਹੈਗੇ ਸੀਗੇ ਸਰਪੰਚ। ਪੈ ਰਿਹਾ ਹੋਏਗਾ, ਤੁਸੀਂ ਸੋਚੋ ਕਿ ਸਰਪੰਚ ਇਹੋ ਜਿਹਾ ਕੰਮ ਕਰ ਰਿਹਾ ਹੈਗਾ, ਹੈੱਡ ਆਫ ਦਾ ਫੈਮਿਲੀ ਇੱਕ ਤਰ੍ਹਾਂ ਨਾਲ ਕਿਹਾ ਜਾਂਦਾ ਹੈਗਾ। ਤੇ ਮੈਂ ਤਾਂ ਇਹ ਕਹੂੰਗੀ ਕਿ ਜੋ ਹੁਣ ਹਲੇ ਬਹੁਤ ਚੀਜ਼ਾਂ ਸਾਹਮਣੇ ਆਉਣੀਆਂ ਹੈਗੀਆਂ। ਹੁਣ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਬੱਬਲੂ ਵੀ ਫਰਾਰ ਹੈਗਾ, ਦੈਨ ਕਿਉਂਕਿ ਉਹ ਫਰਾਰ ਇਸ ਕਰਕੇ ਵੀ ਹੋ ਸਕਦਾ ਹੈ ਕਿਤੇ ਨਾ ਕਿਤੇ ਅਗਰ ਸੋਚਿਆ ਜਾਏ ਕਿ ਅਗਰ ਐਕਚੁਅਲ 'ਚ ਉਹ ਕੀਤਾ ਉਹਨੇ ਇਹ ਕੰਮ, ਜਾਂ ਤਾਂ ਉਹ ਸਾਹਮਣੇ ਮਤਲਬ ਕਿ ਦੇਖੋ ਪੁਲਿਸ ਕੋਈ ਨਾਲ ਲੱਗੀ ਹੋਏਗੀ, ਅਗਰ ਮਤਲਬ ਇਨੋਸੈਂਟ ਅਗਰ ਹੁੰਦਾ ਤੇ ਉਹ ਸ਼ਾਇਦ ਸਾਹਮਣੇ ਆਂਦਾ, ਠੀਕ ਹੈ। ਤੇ ਉਹ ਸਾਹਮਣੇ ਕਿਉਂ ਨਹੀਂ ਆ ਰਿਹਾ? ਕਿਉਂਕਿ ਉਹਨੂੰ ਪਤਾ ਮੈਂ ਪਕੜਿਆ ਜਾਊਂਗਾ। ਅਗਰ ਕਿਸੇ ਤੀਜੇ ਬੰਦੇ ਕਰਕੇ ਵੀ ਉਸ ਦਾ ਮਰਡਰ ਹੋਇਆ ਹੈ ਤੇ ਉਹਦਾ ਤਾਂ ਮਤਲਬ ਕਿ ਫਰਾਰ ਹੋਣਾ ਜਾਇਜ਼ ਹੈ। ਬਟ ਹਾਂ ਜਿਹੜੀ ਰੁਪਿੰਦਰ ਕੌਰ ਹੈ ਉਹ ਕਿਉਂ ਫਰਾਰ ਹੋਈ ਪਈ ਹੈ, ਕਿਉਂ ਅੰਡਰਗਰਾਉਂਡ ਹੋ ਗਈ? ਕਿਉਂਕਿ ਉਹਨੂੰ ਪਤਾ ਉਹ ਇਨਸਟੀਗੇਟ ਕਰਦੀ ਸੀਗੀ, ਠੀਕ ਹੈ। ਇਹ ਮਤਲਬ ਕਿ ਦੇਖੋ ਇਹ ਚੀਜ਼ਾਂ ਦੇ ਜ਼ਿੰਮੇਵਾਰ ਜਿਹੜੇ ਹੈਗੇ ਆ ਉਹ ਦੋਨੋਂ ਪਾਰਟੀ ਨੇ, ਕਿਉਂਕਿ ਉਹਦਾ ਜਿਹੜਾ ਹਸਬੈਂਡ ਹੈ ਬੱਬਲੂ, ਉਹਨਾਂ ਨੇ ਵੀ ਕੀ ਕਹਿੰਦੇ ਬੜੀ ਖੁੱਲੀ ਛੁੱਟੀ ਦਿੱਤੀ ਹੋਈ ਸੀ, ਜੋ ਮੈਂ ਸੁਣਿਆ ਹੈਗਾ ਕਿ ਗੱਡੀਆਂ ਦੇਣੀਆਂ, ਜੋ ਵੀਡੀਓਜ਼ ਆ ਰਹੀਆਂ ਹੈਗੀਆਂ, ਠੀਕ ਹੈ, ਜਾਂ ਐਵਰੀਥਿੰਗ। ਤੇ ਉਹਨੇ ਨਜਾਇਜ਼ ਫਾਇਦਾ ਚੱਕਿਆ। ਕਹਿੰਦੇ ਨਾ ਥੋੜ੍ਹੀ ਜਿਹੀ ਲਗਾਮ ਦੇਣੀ ਬਹੁਤ ਜ਼ਰੂਰੀ ਹੁੰਦੀ ਹੈਗੀ ਹੈ ਔਰਤ ਨੂੰ। ਤੇ ਤੁਸੀਂ ਸੋਚਦੇ ਹੋ ਕਿ ਉਹਦੇ ਸਹੁਰੇ ਨੇ ਵੀ ਕਿਹਾ ਸੀ ਮੈਂ ਧੀ ਬਣਾ ਕੇ ਲੈ ਕੇ ਆਇਆ ਸੀਗਾ, ਤੇ ਉਹਨੇ ਕਿਹਾ ਬੇਟੀ ਦਾ ਫਰਜ਼ ਨਿਭਾਤਾ। ਜਦ ਤੋਂ ਨੂੰਹਾਂ ਦੇ ਸਰ ਤੋਂ ਚੁੰਨੀਆਂ ਲੱਥੀਆਂ, ਠੀਕ ਹੈ ਨਾ, ਤਦ ਤੋਂ ਉਹਨਾਂ ਨੇ ਮਿਸਯੂਜ਼ ਕਰਨਾ ਕਾਨੂੰਨ ਦਾ ਸ਼ੁਰੂ ਕੀਤਾ ਹੈ। ਤੇ ਇਹ ਗੱਲ ਤੁਹਾਨੂੰ ਐਕਸੈਪਟ ਕਰਨੀ ਪਏਗੀ। ਪਰ ਕਈ ਲੋਕੀ ਇਹ ਵੀ ਕਹਿ ਰਹੇ ਕਿ ਗੋਲੀ ਬੇਸ਼ੱਕ ਬੱਬਲੂ ਨੇ ਮਾਰੀ ਹੈ, ਕਹਿ ਰਹੇ ਕਿ ਉਸ ਬੰਦੂਕ ਦੇ ਵਿੱਚ ਕਾਰਤੂਸ ਭਰਨ ਵਾਲੀ ਰੁਪਿੰਦਰ ਹੈ। ਲੋਕੀ ਇਸ ਕਦਰ ਤੱਕ ਕਹਿ ਰਹੇ ਕਿ ਬੇਸ਼ੱਕ ਗੋਲੀ ਬੱਬਲੂ ਬਰਾੜ ਨੇ ਮਾਰਤੀ, ਕਤਲ ਕਰਤਾ, ਪਰ ਉਕਸਾਉਣ ਵਾਲੀ ਕਹਿ ਰਹੇ ਰੁਪਿੰਦਰ ਹੈ। ਇਹਦਾ ਬਹੁਤ ਵੱਡਾ ਰੋਲ ਹੈਗਾ। ਇਹ ਲੋਕੀ ਹੁਣ ਸਾਫ਼ ਤੌਰ ਤੇ ਕਹਿ ਰਹੇ, ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕਹਿ ਰਹੇ, ਪਿੰਡ ਵਾਲੇ ਦੇ ਵੀ ਕਹਿ ਰਹੇ। ਦੇਖੋ ਇਸ ਚੀਜ਼ ਤੋਂ ਪੂਰਾ ਕਲੀਅਰ ਹੋ ਰਿਹਾ ਕਿ ਅਗਰ ਉਹਨਾਂ ਦੋਨੋਂ ਨੂੰ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ, ਨਾ ਸਰਪੰਚ ਉਹਨੂੰ ਜਾਣਦਾ ਸੀਗਾ ਜੋ ਮੈਨੂੰ ਪਤਾ ਲੱਗਿਆ, ਨਾ ਬੱਬਲੂ ਉਹਨੂੰ ਜਾਣਦਾ ਸੀਗਾ, ਠੀਕ ਹੈ। ਉਹ ਦੁਸ਼ਮਣੀ ਦਾ ਕਾਰਨ ਕਿਆ ਬਣੇ? ਇੱਕ ਔਰਤ। ਸਾਡੇ ਇੱਥੇ ਵੀ ਕੀ ਕਹਿੰਦੇ ਚੰਡੀਗੜ੍ਹ ਦੀ ਕੋਰਟਾਂ 'ਚ 2 ਇੰਸੀਡੈਂਟ ਹੋਏ ਨੇ, ਇੱਕ ਹਾਈ ਕੋਰਟ 'ਚ ਵੀ ਹੋਇਆ ਪਿਛਲੇ ਸਾਲ, ਤੁਹਾਨੂੰ ਸ਼ਾਇਦ ਪਤਾ ਹੋਏਗਾ, ਐਡਵੋਕੇਟ ਬਲਾਸੀ ਵਾਲਾ। ਉਸ ਦਾ ਵੀ ਮੇਨ ਰੀਜ਼ਨ ਕੌਣ ਰਹੀ? ਇੱਕ ਔਰਤ ਰਹੀ ਜੋ ਕਿ ਘਰ ਤੋਂ ਬੇਦਖਲ ਸੀਗੀ, ਠੀਕ ਹੈ, ਜੋ ਕੀ ਕਹਿੰਦੇ ਨੇ ਵਿਆਹੇ ਆਦਮੀਆਂ ਦਾ ਰਿਲੇਸ਼ਨ ਰੱਖਣੇ ਵਿਦ ਕੰਸੈਂਟ ਤੇ ਰੇਪ ਦੇ ਪਰਚੇ ਪਾਣੇ। ਉਸ ਦੇ ਕਰਕੇ ਸਾਡੀ ਕੋਰਟ 2-3 ਦਿਨ ਮਤਲਬ ਕਿ ਸਟ੍ਰਾਈਕ ਤੇ ਰਹੀ। ਔਰ ਬਲਾਸੀ ਦੇ ਨਾਲ ਵੀ ਕੁਛ ਨਾ ਕੁਛ ਕਿ ਕਿਸੇ ਹੱਦ ਤੇ ਦੇਖੋ ਦਿਖਦਾ ਕਿ ਗਲਤ ਹੋ ਗਿਆ ਵਿਚਾਰੇ ਦੇ ਨਾਲ, ਕਿਉਂਕਿ ਗਲਤ ਔਰਤ ਦੀ ਗੱਲਾਂ 'ਚ ਆ ਗਿਆ ਕਿ ਉਹ ਇੱਕ ਵਿਕਟਮ ਕਾਰਡ ਪਲੇ ਕਰ ਰਹੀ ਸੀਗੀ ਉਹਦੇ ਸਾਹਮਣੇ ਕਿ ਮੇਰੀ ਮਦਦ ਕਰੋ। ਤੇ ਉਹ ਵੀ ਹੁਣ ਲੜਕੀ ਅੰਡਰਗਰਾਉਂਡ ਹੈਗੀ ਹੈ, ਉਹਦੇ ਘਰ ਦੇ ਨਹੀਂ ਜਦੋਂ ਐਕਸੈਪਟ ਕਰ ਰਹੇ। ਜੋ ਜਨਾਨੀਆਂ ਆਪਣੇ ਘਰਦਿਆਂ ਨਹੀਂ ਬਣੀ, ਠੀਕ ਹੈ ਨਾ, ਆਪਣੇ ਹਸਬੈਂਡ ਦੀ ਨਹੀਂ ਬਣੀ,
ਉੱਥੇ ਸਰਪੰਚ ਨੂੰ ਇਹ ਸੋਚਣਾ ਚਾਹੀਦਾ ਸੀਗਾ, ਜਿਹੜੀ ਜਨਾਨੀ ਮਤਲਬ ਫੇਰਿਆਂ ਲੈ ਕੇ ਆਪਣੇ ਹਸਬੰਡ ਦੀ ਸਗੀ ਨਹੀਂ ਹੋਈ ਤੇ ਮੇਰੀ ਕਿੱਦਾਂ ਸਗੀ ਹੋਏਗੀ। ਮੈਰਿਜ ਕਰਨ ਦੇ ਬਾਵਜੂਦ ਵੀ ਕਹਿ ਰਹੇ ਬਬਲੂ ਦੇ ਨਾਲ ਲਵ ਮੈਰਿਜ ਕੀਤੀ ਸੀਗੀ ਔਰ ਕਹਿ ਰਹੇ ਕਿ ਸਵਾ ਕੁ 3 ਸਾਲ ਹੋ ਗਏ ਸੀਗੇ ਵਿਆਹ ਨੂੰ। ਪਰ ਮੈਂ ਇਹਦੇ ਨਾਲ ਹੋਰ ਵੀ ਗੱਲ ਤੁਹਾਡੇ ਤੋਂ ਪੁੱਛਣਾ ਚਾਹੂੰਗਾ। ਹਾਲਾਂਕਿ ਮੈਂ ਪਿਛਲਾ ਸਵਾਲ ਵੀ ਇਹ ਪੁੱਛਿਆ ਕਿ ਲੋਕੀ ਇਹ ਇਲਜ਼ਾਮ ਲਗਾ ਰਹੇ ਕਿ ਉਕਸਾਉਣ ਵਾਲੀ ਰੁਪਿੰਦਰ ਹੈਗੀ ਹੈ, ਰੁਪਿੰਦਰ ਅੰਡਰਗਰਾਉਂਡ ਹੈਗੀ ਹੈ। ਪਰ ਹੁਣ ਰੁਪਿੰਦਰ ਦੇ ਉੱਤੇ ਜਲਦ ਹੀ ਸ਼ਿਕੰਜਾ ਜਿਹੜਾ ਸਾਡੇ ਸੋਰਸਿਸ ਦੱਸ ਰਹੇ ਕਿ ਕੱਸਿਆ ਜਾ ਸਕਦਾ। ਕੀ ਧਾਰਾਵਾਂ ਰੁਪਿੰਦਰ ਦੇ ਉੱਤੇ ਲੱਗ ਸਕਦੀਆਂ? ਦੇਖੋ, ਜਿਹੜੀ ਇਨਸਟੀਗੇਸ਼ਨ ਜਿਹੜੀ ਹੈ, ਮੇਨ ਪ੍ਰੋਵੋਕੇਸ਼ਨ ਜੋ ਹੈ, ਉਹ ਆਫ ਕੋਰਸ ਰੁਪਿੰਦਰ ਦੇ ਨੇ ਕੀਤੀ ਹੈ, ਠੀਕ ਹੈ ਨਾ। ਪਹਿਲਾਂ ਵੀ ਕੁਝ ਕਹਿੰਦੇ ਕੁਝ ਦਿਨ ਪਹਿਲਾਂ ਹੀ ਉਹਨੂੰ ਸਰਪੰਚ ਤੇ ਆਈ ਥਿੰਕ ਬਬਲੂ ਦੇ ਨਾਲ ਕੁਝ ਕਨਫਰਟੇਸ਼ਨ ਹੋਈ ਤੇ ਉਹਨੇ ਸਰਪੰਚ ਨੂੰ ਜਾ ਕੇ ਇਨਸਟੀਗੇਟ ਕੀਤਾ ਹੋਣਾ, ਜਾਂ ਫਿਰ ਬਬਲੂ ਵੀ ਉਹ ਤੋਂ ਕੀ ਕਹਿੰਦੇ ਨੇ ਇਨਸਟੀਗੇਸ਼ਨ ਦਾ ਮੇਨ ਰੀਜ਼ਨ ਕੌਣ ਹੈ? ਰੁਪਿੰਦਰ ਕੌਰ। ਤੇ ਤਦ ਹੀ ਉਹ ਭੱਜੀ ਫਿਰਦੀ ਹੈਗੀ ਹੈ। ਉਹਨੂੰ ਪਤਾ ਕਿ ਮੈਂ ਕਿਤੇ ਨਾ ਕਿਤੇ ਦੋਸ਼ੀ ਹੈ ਤੇ BNS ਦੇ ਅੰਡਰ ਜੋ ਧਾਰਾਵਾਂ ਬਣਦੀਆਂ ਹੈਗੀਆਂ ਇਨਸਟੀਗੇਸ਼ਨ ਦੀ, ਉਹ ਤੇ ਲੱਗਣੀ ਚਾਹੀਦੀਆਂ ਹੈਗੀਆਂ। ਇੱਕ ਧਾਰਾ ਇੱਕ ਹੋਰ ਹੈਗੀ ਹੈ, ਸ਼ਾਇਦ ਉਰਫੀ ਜਾਵੇ, ਤੁਹਾਨੂੰ ਪਤਾ ਹੋਏਗੀ, ਜਿਹੜੀ ਮਾਡਲ ਹੈਗੀ ਹੈ, ਉਹ ਵਾਹੀਅਤ ਕੱਪੜੇ ਪਹਿਨ ਕੇ ਸਮਾਜ 'ਚ ਨਿਕਲਦੀ ਹੈ, ਠੀਕ ਹੈ। ਤੇ ਇੱਕ ਆਈ ਥਿੰਕ NGO ਨੇ ਉਹਦੇ ਤੇ ਇੱਕ ਮਤਲਬ ਕਿ ਆਈ ਥਿੰਕ ਪਰਚਾ ਕਰ ਦਿੱਤਾ ਸੀਗਾ ਤੇ ਕੰਪਲੇਂਟ ਹੋਈ ਸੀ ਮੁੰਬਈ 'ਚ, ਤੇ ਕਿ ਤੁਸੀਂ ਸਮਾਜ 'ਚ ਵਲਗੈਰਿਟੀ ਨਹੀਂ ਫੈਲਾ ਸਕਦੇ। ਦਿਸ ਆਲਸੋ ਅਮਾਊਂਟਸ ਟੂ ਵਲਗੈਰਿਟੀ। ਤੁਸੀਂ ਇਹ ਸੋਚੋ ਕਿ ਜਿਹੜੀ ਔਰਤ ਮਤਲਬ ਕਿ ਆਪਣਾ ਹਸਬੈਂਡ ਹੁੰਦੇ ਹੋਏ ਵੀ, ਠੀਕ ਹੈ ਨਾ, ਕੋਰਟ 'ਚ ਜਾਂ ਕਿਸੇ ਔਰ ਉੱਥੇ ਦੇ ਹੀ ਪਿੰਡ ਦੇ ਸਰਪੰਚ ਦੇ ਨਾਲ, ਉਹ ਕੌਣ ਬਰਦਾਸ਼ਤ ਕਰੇਗਾ? ਮੈਨੂੰ ਹੁੰਦਾ ਕਿ ਬਾਕੀ ਦੇ ਲੋਕ ਪਿੰਡ ਦੇ ਕਿੱਥੇ ਸੀਗੇ, ਉਹਨਾਂ ਨੂੰ ਚਾਹੀਦਾ ਸੀਗਾ ਕਿ ਕਹਿੰਦੇ ਕਿ ਸਰਪੰਚ 20-30 ਕਿਲੋਮੀਟਰ ਦੂਰ ਰਹਿੰਦਾ ਸੀ, ਇਹ ਦੂਰ ਰਹਿੰਦੇ ਸੀਗੇ। ਉਸ ਤੋਂ ਬਾਅਦ ਮਿਲਣ ਦਾ ਕਾਰਨ ਇਹ ਬਣਿਆ ਕਿ ਜਿਹੜੀ ਬਬਲੂ ਬਰਾੜ ਦੀ ਦੁਕਾਨ ਸੀਗੀ ਉਹਦੇ ਸਾਹਮਣੇ ਹੀ ਸਰਪੰਚ ਨੇ ਜਿਮ ਖੋਲ੍ਹਿਆ ਸੀ। ਹਾਲਾਂਕਿ ਬਬਲੂ ਦੀ ਦੁਕਾਨ 7 ਸਾਲ ਤੋਂ ਸੀਗੀ ਔਰ ਸਰਪੰਚ ਦੇ 8-10 ਮਹੀਨੇ ਹੋਏ ਸੀਗੇ ਜਿਮ ਦੇ ਵਿੱਚ। ਉੱਥੇ ਮੁਲਾਕਾਤ ਹੋਈ। ਉਸ ਤੋਂ ਬਾਅਦ ਕਹਿ ਰਹੇ ਕਿ ਬਬਲੂ ਬਰਾੜ ਦੇ ਵਿੱਚ ਘਰ ਦੇ ਵਿੱਚ ਵੀ ਇਹਨਾਂ ਦੀ ਆਪਣਾ ਆਪਸ ਦੇ ਵਿੱਚ ਲੜਾਈ ਹੋਈ। ਉਸ ਤੋਂ ਬਾਅਦ ਕਹਿ ਰਹੇ ਕਿ ਡਾਈਵੋਰਸ ਫਾਈਲ ਕੀਤਾ ਹੋਇਆ ਸੀ ਪਰ ਹੋਇਆ ਨਹੀਂ ਸੀ। ਕਹਿ ਰਹੇ ਕਿ ਸਰਪੰਚ ਦੇ ਨਾਲ ਲਿਵ ਇਨ ਦੇ ਵਿੱਚ ਰਹਿ ਰਹੀ ਸੀਗੀ। ਸਰਪੰਚ ਨੇ ਵੀ ਮੈਂ ਸੁਣਿਆ ਕਿ ਉਹ ਕੇਸ ਕਰਵਾਏ ਸੀਗੇ ਉਸ ਲੜਕੀ ਤੋਂ, ਰੁਪਿੰਦਰ ਤੋਂ, ਕੁਝ ਕਿ ਉਹਨੇ ਉਹ ਤੋਂ ਕੇਸ ਵੀ ਕਰਵਾ ਦਿੱਤੇ ਸੀਗੇ। 1 ਕਰੋੜ ਤੋਂ ਜ਼ਿਆਦਾ ਮੰਗ ਕਰ ਰਹੇ ਸੀਗੇ ਬਬਲੂ ਬਰਾੜ ਤੋਂ ਕਿ 1 ਕਰੋੜ ਤੋਂ ਜ਼ਿਆਦਾ ਲੈ ਕੇ ਫਿਰ ਡਿਵੋਰਸ ਇਹਨੇ ਦੇਣਾ ਹੈ ਬਬਲੂ ਨੂੰ। ਇਹ ਤੋਂ ਇਹੀ ਕਲੀਅਰ ਹੋ ਰਹੀਆਂ ਚੀਜ਼ਾਂ ਕਿ ਸਰਪੰਚ ਵੀ ਕਿਤੇ ਨਾ ਕਿਤੇ ਗਲਤ ਸੀ, ਠੀਕ ਹੈ ਨਾ। ਤੂੰ ਮਤਲਬ ਕਿ ਸਰਪੰਚ ਹੈ, ਤੇਰੀ ਪਿੰਡ ਦੀ ਕਿਸੇ ਕੁੜੀ ਨਾਲ ਗਲਤ ਹੋਇਆ, ਪਿੰਡ ਦੀ ਨੂੰਹ ਦੇ ਨਾਲ ਗਲਤ ਹੋਇਆ, ਉਸ ਨੂੰਹ ਨੂੰ ਉੱਥੇ ਚੱਕਦਾ ਜਾਂ ਜੋ ਵੀ, ਕਿਉਂਕਿ ਕੁੜੀ ਇਹ ਵੀ ਕਹਿੰਦੀ ਕਿ ਮੈਨੂੰ ਗੰਦ ਤੋਂ ਕੱਢਿਆ ਕਿ ਮੇਰਾ ਪਤਨੀ ਜੇਠ ਜਾਂ ਪਤਨੀ ਦਿਓਰ ਮੇਰੇ ਨਾਲ ਰੇਪ ਕਰਦਾ ਸੀ, ਇਹੋ ਜਿਹੇ ਇਲਜ਼ਾਮ ਉਹ ਲਗਾ ਰਹੀ ਹੈਗੀ ਹੁਣ। ਤੇ ਤੂੰ ਉਹਨੂੰ ਮਾਂ ਪਿਓ ਦੇ ਘਰ ਛੱਡ ਗਿਆ, ਨਾਰੀ ਨਿਕੇਤਨ ਛੱਡ ਦੇ, ਤੂੰ ਆਪਣੇ ਘਰ ਕਿਉਂ ਰੱਖਿਆ? ਡਿਫਾਲਟਰ ਤਾਂ ਤੂੰ ਵੀ ਹੈਗਾ, ਠੀਕ ਹੈ ਨਾ, ਕਿਤੇ ਨਾ ਕਿਤੇ ਫਾਲਟ ਤੂੰ ਵੀ ਕਰ ਰਿਹਾ ਹੈਗਾ, ਗਲਤੀ ਇਹ ਕਰ ਰਿਹਾ। ਕੀ ਮੈਸੇਜ ਆ ਰਿਹਾ ਸੀ ਉੱਥੇ ਦੇ ਪਿੰਡ ਦੇ ਲੋਕਾਂ ਨੂੰ ਕਿ ਮਤਲਬ ਕਿ ਤੁਸੀਂ ਮਤਲਬ ਨੂੰਹਾਂ ਨੂੰ ਚੱਕ ਕੇ ਆਪਣੇ ਘਰ ਲਿਆਓਗੇ? ਕਿੰਨੀਆਂ ਨੂੰਹਾਂ ਨੂੰ ਚੱਕ ਕੇ ਲਿਆਏਗਾ? ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਕਹਿ ਰਹੇ ਕਿ ਬਬਲੂ ਬਰਾੜ ਨੂੰ ਪਹਿਲਾਂ ਦਾ ਘੇਰਿਆ ਉੱਧਰ। ਰੁਪਿੰਦਰ ਨੇ ਕਿਹਾ, ਕਹਿ ਰਹੇ ਕਿ ਪਹਿਲਾਂ ਗੱਡੀ ਬਬਲੂ ਬਰਾੜ ਜਾ ਰਿਹਾ ਸੀ ਫੋਰਚੂਨਰ ਦੇ ਵਿੱਚ। ਰੁਪਿੰਦਰ ਨੇ ਜਿਹੜੀ ਬਬਲੂ ਨੇ ਰੁਪਿੰਦਰ ਨੂੰ ਥਾਰ ਦਵਾਈ ਸੀ, ਉਹ ਥਾਰ ਉਹਦੀ ਗੱਡੀ ਦੇ ਮੂਹਰੇ ਲਾਈ ਔਰ ਕਹਿ ਰਹੇ ਕਿ ਪਿੱਛੇ ਸਰਪੰਚ ਨੇ ਗੱਡੀ ਲਾਈ ਔਰ ਕਹਿ ਰਹੇ ਕਿ ਰੁਪਿੰਦਰ ਨੇ ਆਪਣੇ ਪਤੀ ਨੂੰ ਹੀ ਕਿਹਾ ਬਬਲੂ ਨੂੰ ਕਿ ਬਈ ਤੇਰੀ ਮੌਤ ਖੜੀ ਹੈ, ਇੱਕ ਵਾਰੀ ਤੂੰ ਸ਼ੀਸ਼ਾ ਥੱਲੇ ਕਰ। ਔਰ ਉਸ ਤੋਂ ਬਾਅਦ ਕਹਿ ਰਹੇ ਕਿ ਦੁਕਾਨ ਦੇ ਸਾਹਮਣੇ ਉਹ ਉਂਗਲ ਦੇ ਵਿੱਚ ਰਿਵੋਲਵਰ ਘੁਮਾਉਂਦੀ ਜਾਂਦੀ ਸੀਗੀ, ਸਰਪੰਚ ਦੇ ਵਿੱਚ ਬਾਹਾਂ ਪਾ ਕੇ ਜਾਂਦੀ ਸੀਗੀ। ਇਸ ਤਰ੍ਹਾਂ ਦੇ ਕਹਿ ਰਹੇ ਕਿ ਉਕਸਾਉਂਦੀ ਸੀਗੀ। ਸੋਸ਼ਲ ਇੰਸਟਾਗ੍ਰਾਮ ਦੇ ਉੱਤੇ ਵੀ ਤਸਵੀਰਾਂ ਭੇਜਦੀ। ਮੈਨੂੰ ਇਹ ਦੱਸੋ ਕਿਹੜਾ ਆਦਮੀ ਬਰਦਾਸ਼ਤ ਕਰੇਗਾ, ਕਿਹੜਾ ਖਾਨਦਾਨੀ ਆਦਮੀ ਬਰਦਾਸ਼ਤ ਕਰੇਗਾ, ਠੀਕ ਹੈ ਨਾ, ਕਿ ਮੇਰੀ ਜਨਾਨੀ ਜਾਂ ਮੇਰੇ ਘਰ ਦੀ ਨੂੰਹ ਕਿਸੇ ਹੋਰ ਆਦਮੀ ਨਾਲ ਰਵੇ ਔਰ ਪਿੰਡ 'ਚ ਕੀ ਕਹਿੰਦੇ ਨੇ ਉਹ ਤੜੀ ਮਤਲਬ ਜਿੱਦਾਂ ਕਹਿੰਦੇ ਨੇ ਉਹਨੂੰ, ਜੋ ਮੈਨੂੰ ਪਤਾ ਲੱਗਿਆ ਕਿ ਹਾਂ ਵੀ ਉਹਨੂੰ ਜਾਣ ਕੇ ਉਹਨੂੰ ਛੇੜ ਕੇ ਜਾਂਦੇ ਸੀਗੇ। ਕਿੰਨਾ ਸਰ ਨੀਵਾ ਹੁੰਦਾ ਹੋਏਗਾ ਸੋਚੋ ਉਸ ਪਰਿਵਾਰ ਦਾ, ਠੀਕ ਹੈ ਨਾ, ਜਿਨ੍ਹਾਂ ਦੇ ਘਰ ਦੀ ਨੂੰਹ ਇਸ ਤਰ੍ਹਾਂ ਦਾ ਕੰਮ ਕਰ ਰਹੀ ਹੋਏਗੀ। ਤੇ ਉਹ ਯਾਦ ਰੱਖਣਾ ਇੱਕ ਗੱਲ ਕਿ ਜਿਹੜਾ ਪੰਜਾਬ ਜੋ ਹੈ, ਠੀਕ ਹੈ ਨਾ, ਇੱਕ ਸੂਬਾ, ਉਹ ਕਦੀ ਗਲਤ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦਾ। ਪਿਛਲੇ ਸਾਲ ਤੁਹਾਨੂੰ ਪਤਾ ਹੈ ਕਮਲ ਭਾਬੀ ਵਾਲਾ ਸਮਥਿੰਗ ਉਹ ਹੋਇਆ ਸੀਗਾ, ਉਸ ਟਾਈਮ 'ਤੇ ਵੀ ਅਗਰ ਇਹਨੂੰ ਰੁਪਿੰਦਰ ਕੌਰ ਨੂੰ ਮਾਰ ਦਿੱਤਾ ਗਿਆ ਹੁੰਦਾ ਤਦ ਲੋਕਾਂ ਨੇ ਕਹਿਣਾ ਸੀਗਾ, ਵੂਮਨ ਐਕਟਿਵਿਸਟ ਨੇ ਆਉਣਾ ਸੀਗਾ ਕਿ ਹਾਂ ਕਿਆ ਉਹਨੂੰ ਜ਼ਿੰਦਗੀ ਜੀਣ ਦਾ ਰਾਈਟ ਨਹੀਂ ਸੀਗਾ, ਉਹ ਮਤਲਬ ਕਿਆ ਜੋ ਵੀ ਕਰ ਰਹੀ ਸੀ ਆਪਣੀ ਉਹਦੀ ਜ਼ਿੰਦਗੀ ਸੀਗੀ। ਮੇਰੀ ਗੱਲ ਸੁਣੋ, ਤੁਸੀਂ ਸਮਾਜ 'ਚ ਮਤਲਬ ਕਿ ਇਹ ਜਨਾਨੀਆਂ ਨੇ ਠੇਕਾ ਚੱਕਿਆ ਗੰਦ ਫੈਲਾਉਣ ਦਾ, ਠੀਕ ਹੈ ਨਾ। ਜਿਹੜੀ ਆਹ ਕਮਲ ਭਾਬੀ ਦੇ ਟਾਈਮ 'ਤੇ ਵੀ ਕੀ ਹੋਇਆ ਸੀਗਾ, ਉਹ ਵੀ ਕੰਟੈਂਟ ਜੋ ਗਲਤ ਪਾ ਰਹੀ ਸੀਗੀ, ਠੀਕ। ਫਿਰ ਲੋਕਾਂ ਨੇ ਕਿਹਾ ਕਿ ਕਈਆਂ ਨੇ ਇਹ ਵੀ ਕਮੈਂਟ ਕੀਤੇ ਕਿ ਉਹਨੂੰ ਜ਼ਿੰਦਗੀ ਜੀਣ ਦਾ ਰਾਈਟ ਸੀ, ਉਹ ਆਪਣਾ ਮਤਲਬ ਕਮਾਈ ਦਾ ਸਾਧਨ ਸੀਗਾ। ਮੈਂ ਇੱਕ ਸਵਾਲ ਮਤਲਬ ਪੁੱਛਣਾ ਚਾਹੁੰਦੀ ਹਾਂ, ਜਿਹੜੇ ਕੰਟੈਂਟ ਉਹ ਪਾ ਰਹੀ ਸੀ, ਕਿਆ ਇਹ ਲੋਕ ਜਿਹੜੇ ਉਹਦੀ ਮਤਲਬ ਕਿ ਉਹ ਕਰਦੇ ਫੇਵਰ ਕਰਦੇ ਹੈਗੇ ਆ ਕਿ ਉਹ ਆਪਣੇ ਘਰ ਦੀ ਧੀਆਂ ਭੈਣਾਂ ਤੋਂ ਇਹੋ ਜਿਹੇ ਕੰਟੈਂਟ ਪਵਾ ਸਕਦੇ ਸੀਗੇ?
ਠੀਕ ਹੈ ਨਾ। ਥੋੜੇ ਦਿਨ ਪਹਿਲਾਂ ਫਰੀਦਕੋਟ ਦੇ ਵਿੱਚ ਵੀ ਰੁਪਿੰਦਰ ਨਾਂ ਦੀ ਕੁੜੀ ਸੀਗੀ ਜਿਹਨੇ ਆਪਣੇ ਪਤੀ ਨੂੰ ਮਾਰਤਾ ਸੀ ਆਪਣੇ ਆਸ਼ਿਕ ਦੇ ਨਾਲ ਮਿਲ ਕੇ। ਹੁਣ ਅੰਮ੍ਰਿਤਸਰ ਦਾ ਕੇਸ ਆਇਆ, ਕਹਿ ਰਹੇ ਕਿ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੀ ਸੱਸ ਨੂੰ ਮਾਰਤਾ। ਮੇਰੀ ਗੱਲ ਸੁਣੋ, ਹੁਣੀ ਆਈ ਥਿੰਕ ਲੁਧਿਆਣੇ ਦਾ ਵੀ ਕੇਸ ਹੈ ਜਿਸ 'ਚ ਉਹ ਨੀਲੇ ਡਰਮ ਵਾਲਾ ਹੀ, ਉਹ 'ਚ ਵੀ ਕੀ ਕਹਿੰਦੇ ਨੇ ਆਪਣੇ ਹਸਬੈਂਡ ਨੂੰ ਮਾਰ ਦਿੱਤਾ ਹੈਗਾ। ਪਿਛਲਾ ਸਾਲ ਤਾਂ ਪੂਰਾ ਹੀ ਨੀਲੇ ਡਰਮ ਵਾਲੇ ਦੇ ਨਾਲ ਹੀ ਭਰਿਆ ਰਿਹਾ ਨਿਊਜ਼ ਚੈਨਲ ਤੇ ਕਿ ਇੱਕ ਤੋਂ ਬਾਅਦ ਇੱਕ ਇਹੀ ਚੀਜ਼ਾਂ ਹੋ ਰਹੀਆਂ ਸੀਗੀਆਂ। ਹਨ ਮਤਲਬ ਕਿ ਮਜ਼ਾਕ ਬਣਨਾ ਸ਼ੁਰੂ ਹੋ ਗਿਆ ਸੀ ਕਿ ਹਸਬੈਂਡ ਨੇ ਆਪਣੀ ਵਾਈਫ ਦੇ ਨਾਲ ਘੁੰਮਣ ਬਾਹਰ ਜਾਣਾ ਬੰਦ ਕਰ ਦਿੱਤਾ ਸੀਗਾ ਕਿ ਉਹਨਾਂ ਨੂੰ ਇਹ ਡਰ ਹੁੰਦਾ ਸੀ ਅਸੀਂ ਵਾਪਸ ਆਵਾਂਗੇ ਕਿ ਨਹੀਂ। ਠੀਕ ਹੈ ਨਾ। ਟ੍ਰੋਲ ਬਣਨੇ ਸ਼ੁਰੂ ਹੋ ਗਏ ਸੀਗੇ, ਨੀਲੇ ਡਰਮ ਦੇ ਟ੍ਰੋਲ ਬਣਨੇ ਸ਼ੁਰੂ ਹੋ ਗਏ ਸੀਗੇ। ਮੈਂ ਉਹੀ ਕਹਿੰਦੀ ਹਾਂ ਕਿ ਇਟ ਓਨਲੀ ਦ ਮੇਨ ਕੋਜ਼ ਇਜ਼ ਵੂਮਨ ਇੰਪਾਵਰਮੈਂਟ, ਕਿਉਂਕਿ ਜਨਾਨੀਆਂ ਦੇ ਦਿਮਾਗ ਖਰਾਬ ਹੋ ਚੁੱਕੇ ਹੈ ਕਾਨੂੰਨ ਦਾ ਮਿਸਯੂਜ਼ ਕਰਨਾ ਆਪਣੇ ਆਪ ਨੂੰ। ਉੱਥੇ ਦਾ ਦੇਖੋ ਹੁਣ ਜਿਹੜੀਆਂ ਜਨਾਨੀਆਂ ਓਪਨ 'ਚ ਇਹੋ ਜਿਹਾ ਕੰਮ ਕਰ ਰਹੀਆਂ ਹੈਗੀਆਂ, ਠੀਕ ਹੈ ਨਾ, ਤੁਸੀਂ ਇਹ ਸੋਚੋ ਘਰੇ ਕੀ ਕਰਦੀ ਹੋਣੀਆਂ, ਘਰੇ ਕਿਆ ਮਤਲਬ ਕਿ ਥਾਣਿਆਂ 'ਚ ਮੈਂ ਦੇਖਦੀ ਹਾਂ ਇੰਨੀ ਉੱਚੀ ਉੱਚੀ ਲਾਊਡ ਬੋਲ ਰਹੀ ਹੋਣਗੀਆਂ, ਫਿਰ ਮੈਂ ਉੱਥੇ ਪਕੜਦੀ ਹੋਣੀ ਉਹਨਾਂ ਨੂੰ ਕਿ ਜਦ ਤੂੰ ਥਾਣੇ 'ਚ ਪੁਲਿਸ ਵਾਲਿਆਂ ਦੇ ਸਾਹਮਣੇ ਐਸਾ ਮਤਲਬ ਬਿਹੇਵ ਕਰ ਰਹੀ ਹੈ ਤੇ ਇਕੱਲੇ 'ਚ ਆਪਣੇ ਆਦਮੀ ਨਾਲ ਤੇ ਆਪਣੇ ਸੱਸ ਸਹੁਰੇ ਨਾਲ ਕੀ ਕਰਦੀ ਹੋਏਗੀ। ਮੈਨੂੰ ਇੱਕ ਚੀਜ਼ ਸਮਝਾਓ ਤੁਸੀਂ ਕਿ ਆਪਾਂ ਇਹ ਗੱਲ ਕੀਤੀ ਹੈ ਔਰ ਕਿ ਉਹ ਸੌਂਦੀ ਸੀਗੀ। ਹੁਣ ਮੈਨੂੰ ਇਹ ਦੱਸੋ ਕਿ ਇਸ ਕਤਲ ਦੇ ਵਿੱਚ ਆਪਾਂ ਐਗਜ਼ਾਮਪਲ ਲੈਂਦੇ ਕਿ ਦੋ ਬੰਦੇ ਆਏ ਮੋਟਰਸਾਈਕਲ ਦੇ ਉੱਤੇ, ਇੱਕ ਬੰਦਾ ਉਤਰੇ, ਇੱਕ ਨੇ ਗੋਲੀ ਮਾਰੀ, ਉਹ ਵਿੱਚ ਫਿਰ ਬੈਠਾ ਮੋਟਰਸਾਈਕਲ ਤੇ ਭਜਾ ਕੇ ਲੈ ਗਿਆ। ਉਹ ਕਹਿੰਦੇ ਕਿ ਦੋਨਾਂ ਤੇ ਸੇਮ ਕਾਰਵਾਈ ਹੋਏਗੀ, ਚਾਹੇ ਉਕਸਾਉਣ ਵਾਲਾ ਚਾਹੇ ਉਹਨੇ ਇਹ ਵੀ ਕਹਿਤਾ ਕਿ ਬਈ ਕੋਈ ਬੰਦਾ ਖੜਾ ਹੈ ਕਿ ਉਹ ਮਾਰ ਦੇ ਗੋਲੀ, ਕੋਈ ਨਹੀਂ ਮੈਂ ਬੈਠਾ, ਸੇਮ ਧਾਰਾਵਾਂ ਬਣਦੀਆਂ ਨੇ। ਪਰ ਇਸ ਕੇਸ ਦੇ ਵਿੱਚ ਰੁਪਿੰਦਰ ਦੇ ਉੱਤੇ ਕੀ ਧਾਰਾਵਾਂ ਇਹ ਲੱਗ ਸਕਦੀਆਂ ਨੇ ਕਤਲ ਦੀਆਂ, ਜਾਂ ਹੋਰ ਕੋਈ ਧਾਰਾਵਾਂ ਲੱਗ ਸਕਦੀਆਂ ਨੇ? ਦੇਖੋ ਇਨਸਟੀਗੇਸ਼ਨ ਵਾਲੀ ਹੋਈ, ਪ੍ਰੋਵੋਕੇਸ਼ਨ ਵਾਲੀ ਤਾਂ ਹੈ, ਠੀਕ ਹੈ ਨਾ। ਉਹਨੇ ਹਵਾ 'ਚ ਤਾਂ ਮਾਰੇ ਤਾਂ ਉਹਨੇ ਹੋਰ ਕਿਸੇ ਨੂੰ ਕਿਉਂ ਨਹੀਂ ਮਾਰ ਦਿੱਤਾ ਹੈਗਾ? ਉਹਦੇ ਕਰਕੇ ਹੀ ਜੋ ਜੜ ਹੈ ਉਹੀ ਹੈ ਜੋ ਉਹਦਾ ਸਰਪੰਚ ਦੇ ਕਤਲ ਦਾ ਜੋ ਮੇਨ ਰੀਜ਼ਨ ਹੈ। ਤੇ ਆਫ ਕੋਰਸ ਉੱਤੇ ਬਣੇਗੀ ਕਾਰਵਾਈ, ਠੀਕ ਹੈ ਕਿ ਇਨਸਟੀਗੇਸ਼ਨ ਪ੍ਰੋਵੋਕੇਸ਼ਨ, ਠੀਕ ਹੈ ਨਾ। ਕਿਸੇ ਨੂੰ ਨੁਕਸਾਨ ਆ ਕਿ ਇਹ ਝੂਠ ਵੀ ਚਾਹੇ ਬੋਲ ਦੇਣਾ। ਇੱਕ ਸਾਡੇ ਇੱਥੇ ਜ਼ਿਲ੍ਹਾ ਅਦਾਲਤ 43 ਦਾ ਹੀ ਕੇਸ ਹੈਗਾ, ਉਹ 'ਚ ਵੀ ਕੀ ਹੋਇਆ ਕਿ ਇੱਕ ਲੜਕੀ ਨੇ, ਉਹ ਵੀ ਘਰ ਤੋਂ ਬੇਦਖਲ, ਤੇ ਉਹ ਵੀ ਵਿਆਹੇ ਆਦਮੀ ਨਾਲ ਰਿਲੇਸ਼ਨ ਰੱਖਦੀ ਸੀਗੀ, ਫਿਰ ਉਹ ਉਹਨਾਂ ਤੇ ਰੇਪ ਦੇ ਪਰਚੇ ਪਾਉਂਦੀ ਸੀ। ਰੇਪ ਦੇ ਪਰਚੇ ਕਿੱਦਾਂ ਪਵਾਉਂਦੀ ਸੀਗੀ? ਅਗਰ ਜਿੱਦਾਂ ਪੁਲਿਸ ਵਾਲੇ ਦੇਖੋ ਬੇਵਕੂਫ ਨਹੀਂ ਹੁੰਦੇ, ਉਹਨਾਂ ਕੋਲ ਕੰਪਲੇਂਟ ਆਣੀ ਤੇ ਉਹਨਾਂ ਨੇ ਦੇਖਣਾ ਕਿ ਇਹ ਵਿਦ ਕੰਸੈਂਟ ਸਭ ਕੁਝ ਹੋਇਆ ਤੇ ਡੈਟ ਡਜ਼ਨਟ ਅਮਾਊਂਟ ਟੂ ਰੇਪ। ਉਹਨੇ ਕੀ ਕਰਨਾ ਕਿ ਪਰਚਾ ਪਵਾਉਣ ਦਾ ਤਰੀਕਾ ਕੀ ਹੈ ਉਹਦਾ, ਪੁਲਿਸ ਕੰਪਲੇਂਟ ਅਥਾਰਟੀ 'ਚ ਜਾ ਕੇ ਉਸ ਐਸਐਚਓ ਦੇ ਖਿਲਾਫ ਕੰਪਲੇਂਟ ਪਾ ਦੇਣੀ ਕਿ ਇਹ ਮੇਰੇ ਮਤਲਬ ਕਿ ਕਾਰਵਾਈ ਨਹੀਂ ਕਰ ਰਹੇ ਕੇਸ 'ਚ, ਤੇ ਉਹ ਵਿਚਾਰੇ ਐਸਐਚਓ ਨੇ ਮਜਬੂਰੀ 'ਚ ਕੇਸ ਸਭ ਕੁਝ ਪਤਾ ਹੋਣ ਦੇ ਬਾਵਜੂਦ ਉਹਨੇ ਕਰ ਦੇਣਾ ਕੇਸ, ਪਰਚਾ ਦਰਜ ਕਰ ਦੇਣਾ। ਔਰ ਉसी ਫਿਰ ਉਹ ਰੇਪ ਕੇਸਿਸ ਸੋਚੋ ਕਿੰਨਾ ਸੀਰੀਅਸ ਕ੍ਰਾਈਮ ਹੈ। ਉੱਥੇ ਜਾ ਕੇ ਤੂੰ ਇੱਕ ਪਾਸੇ ਤਾਂ ਕੀ ਕਹਿੰਦੇ ਨੇ ਪੁਲਿਸ ਵਾਲਿਆਂ ਦੇ ਉੱਤੇ ਇਲਜ਼ਾਮ ਲਗਾ ਰਹੀ ਹੈ ਕਿ ਇਹ ਤੇਰੇ ਪਰਚਾ ਨਹੀਂ ਕਰੇ, ਔਰ ਦੂਜੇ ਪਾਸੇ ਤੂੰ ਜਾ ਕੇ ਕੰਪਰੋਮਾਈਜ਼ ਕਰ ਰਹੀ ਹੈ ਕੋਈ 18 ਲੱਖ। ਇਸ ਕੇਸ ਦਾ ਮੈਡਮ ਦੱਸੋ ਕਿ ਅਗਰ ਰੁਪਿੰਦਰ ਕੌਰ ਨੇ ਇੱਕ ਵਾਰੀ ਵੀ ਉਹਨੂੰ ਆਡੀਓ ਜਾਂ ਫਿਰ ਕਾਲ ਦੇ ਉੱਤੇ ਜਾਂ ਵੀਡੀਓ ਕਾਲ ਦੇ ਉੱਤੇ, ਆਡੀਓ ਕਾਲ ਦੇ ਉੱਤੇ ਅਗਰ ਜਾਂ ਮੈਸੇਜ ਦੇ ਉੱਤੇ ਇੱਕ ਵਾਰੀ ਵੀ ਕਿਹਾ ਜਾਂ ਲਿਖਿਆ ਕਿ ਤੈਨੂੰ ਮਾਰ ਦੇਣਾ, ਬਬਲੂ ਬਰਾੜ ਨੂੰ ਮਾਰ ਦੇਣਾ ਅਸੀਂ, ਤਾਂ ਬਬਲੂ ਬਰਾੜ ਰੁਪਿੰਦਰ ਦੇ ਉੱਤੇ ਧਾਰਾਵਾਂ ਲੱਗਣਗੀਆਂ ਕਤਲ ਦੀਆਂ ਕਿ ਉਹਨੇ ਉਕਸਾਇਆ। ਔਰ ਬਬਲੂ ਬਰਾੜ ਦਾ ਬਚਾਅ ਹੋ ਸਕਦਾ ਹੈ ਕਿ ਬਬਲੂ ਬਰਾੜ ਇਹ ਬੋਲੇ ਕਿ ਮੈਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਉਹਦਾ ਕਤਲ ਕੀਤਾ, ਜਾਂ ਫਿਰ ਮੈਨੂੰ ਇਹ ਧਮਕੀਆਂ ਦਿੰਦੇ ਸੀ ਕਿ ਤੈਨੂੰ ਮਾਰ ਦੇਣਾ, ਕਿਉਂਕਿ ਉਸ ਤੋਂ ਪਹਿਲਾਂ ਥਾਣੇ ਦੇ ਵਿੱਚ ਵੀ ਮੈਟਰ ਗਿਆ ਸੀਗਾ। ਇਹ ਥ੍ਰੈਟ ਜਿਹੜੀ ਹੁੰਦੀ ਹੈ ਨਾ ਡਾਇਰੈਕਟ ਹੁੰਦੀ ਹੈ। ਤੁਸੀਂ ਮੈਨੂੰ ਹੁਣ ਅਗਰ ਬੋਲੋਗੇ ਨਾ ਕਿ ਹਾਂ ਮੈਂ ਤੈਨੂੰ ਮਾਰ ਦਾਂਗਾ ਜਾਂ ਤੁਸੀਂ ਕੁਝ ਐਕਸ਼ਨ ਲਓਗੇ, ਮੈਂ ਤਦ ਤੁਹਾਡੇ ਉੱਤੇ ਹੱਥ ਚੱਕਾਂਗੀ। ਇਹ ਨਹੀਂ ਹੁੰਦਾ ਕਿ ਮੈਂ ਘਰ ਬੈਠੀ ਹੈ, ਤੁਸੀਂ ਮੈਨੂੰ ਥ੍ਰੈਟ ਦੇ ਮੈਸੇजेस ਭੇਜ ਰਹੇ ਹੋ, ਉਹ ਮੈਸੇजेस ਮੈਂ ਪਹਿਲਾਂ ਪੁਲਿਸ ਨੂੰ ਦਿਖਾਉਂਗੀ, ਜਾ ਕੇ ਪਰਚਾ ਦਰਜ ਕਰਵਾਉਂਗੀ ਕਿ ਦੇਖੋ ਮੈਨੂੰ ਮੈਸੇਜ ਆਏ ਹੈ। ਇਹ ਨਹੀਂ ਕਿ ਮੈਂ ਕੀ ਕਹਿੰਦੇ ਕਿਸੇ ਦੇ ਮੈਸੇਜ ਤੇ ਤੁਹਾਨੂੰ ਮੈਂ ਤੁਹਾਡੀ ਜਾਨ ਤੱਕ ਲੈ ਲਾਂਗੀ, ਨੋ। ਤੇ ਕਾਨੂੰਨ ਹੱਥ 'ਚ ਲੈਣਾ ਉਹ ਗਲਤ ਹੈ, ਠੀਕ ਹੈ। ਜੋ ਬਬਲੂ ਬਰਾੜ ਨੇ ਕੀਤਾ ਜੋ ਉਸ ਦੇ ਉੱਤੇ ਕਾਰਵਾਈ ਬਣੇਗੀ। ਸੈਕਿੰਡ ਥਿੰਗ, ਉਹ ਜੋ ਉਸਦੀ ਜਨਾਨੀ ਜੋ ਵੀ ਰੁਪਿੰਦਰ ਕੌਰ ਜੋ ਉਹਨੇ ਪ੍ਰੋਵੋਕੇਸ਼ਨ ਦਾ ਕੀਤਾ ਹੈਗਾ, ਉਹਦੇ 'ਤੇ ਵੀ ਮੈਂ ਕਹਿੰਦੀ ਹਾਂ ਸਖਤ ਕਾਰਵਾਈ ਬਣਨੀ ਚਾਹੀਦੀ। ਔਰ ਇਹਦੇ ਵਿੱਚ ਕੋਈ NGO ਕੋਈ ਵੂਮਨ ਕਮਿਸ਼ਨ ਉਸ ਦੀ ਮਦਦ ਲਈ ਅੱਗੇ ਨਾ ਆਵੇ ਤਾਂ ਕਿ ਇਹੋ ਜਿਹੇ ਜਨਾਨੀਆਂ ਕਰਕੇ ਹੋਰ ਮਾਂ ਆਪਣੇ ਪੁੱਤ ਨਾ ਖੋਣ। ਬਹੁਤ ਬਹੁਤ ਧੰਨਵਾਦ। ਤੇ ਬਿਲਕੁਲ ਸਾਡੇ ਨਾਲ ਐਡਵੋਕੇਟ ਸੀਗੇ ਔਰ ਸਮਾਜ ਸੇਵੀ ਵੀ ਨੇ, ਤਮਾਮ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਹੈ। ਸਾਰੇ ਮਸਲੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਵੀਡੀਓ ਜਰਨਲਿਸਟ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ, ਚੈਨਲ ਸਤਰੰਗ ਦੇ ਲਈ ਧੰਨਵਾਦ।